ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਧੰਨਵਾਦ ਰੰਧਾਵਾ ਜੀ। ਭਾਸਕਰ ਸਾਹਿਬ, ਦੇਰ ਪਹਿਲਾਂ ਤੁਸੀਂ ਇੱਕ ਇੰਟਰਵਿਊ ਕੀਤਾ ਸੀ ਨਵਜੋਤ ਸਿੰਘ ਸਿੱਧੂ ਨਾਲ ਇੱਕ ਪ੍ਰਾਈਵੇਟ ਚੈਨਲ ਲਈ, ਤੇ ਅੱਜ ਇੱਕ ਵਾਰੀ ਉਹਨਾਂ ਨੇ ਆਪਣਾ ਜਿਹੜਾ ਟਵੀਟ ਕੀਤਾ ਔਰ ਆਪਣੀ ਫੇਸਬੁੱਕ ਦੀਵਾਰ ਦੇ ਉੱਤੇ ਪਬਲਿਸ਼ ਕੀਤਾ ਉਹ ਵੀਡੀਓ, ਉਹਦੇ 'ਚ ਤੁਹਾਡਾ ਚਿਹਰਾ ਨਜ਼ਰ ਆਉਂਦਾ ਹੈ। ਉਹ ਨਵਜੋਤ ਸਿੰਘ ਸਿੱਧੂ ਬਿਕਰਮ ਸਿੰਘ ਮਜੀਠੀਆ ਨੂੰ ਸਿੱਧਾ ਨਿਸ਼ਾਨੇ ਤੇ ਲੈ ਰਹੇ ਆ ਔਰ ਸਵਾਲ ਕਰ ਰਹੇ ਪੰਜਾਬ ਦੇ ਡੀਜੀਪੀ ਨੂੰ ਕਿ ਨਸ਼ਿਆਂ ਦੇ ਮਾਮਲੇ 'ਚ ਜਦੋਂ ਸਫੀਸ਼ੀਐਂਟ ਐਵੀਡੈਂਸ ਮੌਜੂਦ ਨੇ ਤਾਂ ਇਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ। ਇਹ ਵੱਡਾ ਸਵਾਲ ਕੈਪਟਨ ਅਮਰਿੰਦਰ ਸਿੰਘ ਲਈ ਵੀ ਖੜਾ ਕਰਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੇ ਟਾਸਕ ਹਾਈ ਕਮਾਂਡ ਨੇ ਦਿੱਤੇ ਆ ਉਹਦੇ 'ਚ ਨਸ਼ਾ ਪ੍ਰਮੁੱਖਤਾ ਨਾਲ ਹੈ। ਅੱਜ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਸਟੀਕ ਹਮਲਾ ਕੀਤਾ ਹੈ ਔਰ ਇਸ ਵਾਰੀ ਕੈਪਟਨ ਤੋਂ ਇਹਦਾ ਜਵਾਬ ਦੇ ਨਹੀਂ ਹੋਣਾ। ਕੀ ਕਹਿੰਦੇ ਹੋ ਕਿ ਦੇਰ ਪਹਿਲਾਂ ਭੋਲਾ ਡਰੱਗ ਕੇਸ ਤੇ ਹੋਰ ਮਸਲੇ ਤੇ ਖਾਸ ਤੌਰ ਤੇ ਜਿਹੜਾ ਇੰਟਰਨੈਸ਼ਨਲ ਡਰੱਗ ਰੈਕਟ ਆ ਉਹਨੂੰ ਲੈ ਕੇ ਹੋਈਆਂ ਗੱਲਾਂ ਇਹ ਕਿੱਥੇ ਜਾ ਕੇ ਖਲੋਂਦੀਆਂ ਨੇ? ਕੀ ਪੰਜਾਬ ਦੇ ਡੀਜੀਪੀ, ਪੰਜਾਬ ਦੇ ਪੁਲਿਸ ਪ੍ਰਮੁੱਖ ਇਹਦੇ ਤੇ ਰਿਐਕਟ ਕਰਨਗੇ ਐਕਸ਼ਨ ਦੇ ਰੂਪ 'ਚ, ਟਵੀਟ ਕਰਕੇ, ਪ੍ਰੈਸ ਨੋਟ ਰਾਹੀਂ, ਜਾਂ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਠੀਕ ਟਰੈਕ ਤੇ ਨੇ, ਹੁਣ ਇਹ ਜਿਹਨੂੰ ਕਹਿੰਦੇ ਲੜਾਈ ਗਹਿ ਗੱਚ ਹੋ ਗਈ? ਰੰਧਾਵਾ ਜੀ, ਤੁਹਾਨੂੰ ਯਾਦ ਹੋਏਗਾ 2017 ਦੀ ਚੋਣਾਂ ਦੇ ਵਿੱਚ ਜਿੰਨੀ ਵੀ ਆਪੋਜੀਸ਼ਨ ਪਾਰਟੀ ਸੀਗੀ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ ਦਾ ਵਿਰੋਧ ਕਰਦੀ ਸੀ, ਉਹ ਸਿਆਸੀ ਸਟੇਜਾਂ ਦਾ ਇਸਤੇਮਾਲ ਕਰਦੇ ਹੋਏ ਡਰੱਗ ਮੁੱਦੇ ਨੂੰ ਬੜੀ ਪੁਰਜ਼ੋਰ ਤਰੀਕੇ ਨਾਲ ਚੱਕਦੇ ਸੀ। ਉਹਦੇ ਵਿੱਚੋਂ ਇੱਕ ਕਾਂਗਰਸ ਵੀ ਸੀਗੀ ਔਰ ਕਾਂਗਰਸ ਦੇ ਵਿੱਚ ਸਿੱਧੂ ਨਵੇਂ ਆਏ ਸੀਗੇ ਔਰ ਸਿੱਧੂ ਉਹਨਾਂ ਦਾ ਭਾਜਪਾ ਦੇ ਨਾਲ ਜਦ ਅਕਾਲੀ ਦਲ ਦਾ ਅਲਾਈਅੰਸ ਸੀਗਾ ਤਦ ਇਹ ਭਾਜਪਾ 'ਚ ਹੁੰਦੇ ਸੀ। ਉਸ ਅਲਾਈਅੰਸ ਦੇ ਵਿੱਚ ਹੁੰਦੇ ਹੋਏ ਵੀ ਉਹਨਾਂ ਨੇ ਅਲਾਈਅੰਸ ਕੀਤਾ ਸੀ। ਔਰ ਤੁਹਾਨੂੰ ਯਾਦ ਹੋਏਗਾ ਸਿੱਧੂ ਉਹਨਾਂ ਦੀ ਜਿਹੜੀ ਵਾਈਫ ਨੇ ਉਹਨਾਂ ਦਿਨਾਂ 'ਚ ਮਿਨਿਸਟਰ ਚੀਫ ਪਾਰਲੀਮੈਂਟਰੀ ਸਕੱਤਰ ਹੁੰਦੀ ਸੀਗੀ। ਉਹਨਾਂ ਨੇ ਇੱਥੇ ਤੱਕ ਇਲਜ਼ਾਮ ਲਾਇਆ ਸੀਗਾ ਵੀ ਲਾਲ ਬੱਤੀ ਵਾਲੀ ਗੱਡੀਆਂ ਦੇ ਵਿੱਚ ਡਰੱਗ ਸਪਲਾਈ ਹੁੰਦੀ ਹੈ। ਉਸ ਤੋਂ ਬਾਅਦ ਉਹ ਭਾਜਪਾ ਤੋਂ ਅਲੱਗ ਹੋਏ, ਕਾਂਗਰਸ ਦੇ ਵਿੱਚ ਆ ਗਏ। ਕਾਂਗਰਸ ਦੇ ਵਿੱਚ ਵੀ ਆਉਣ ਤੋਂ ਬਾਅਦ ਉਹਨਾਂ ਨੇ ਆਪਣੀ ਚੋਣ ਕੈਂਪੇਨ ਦੇ ਵਿੱਚ ਜੇ ਮੇਨ ਪੁਆਇੰਟ ਸੀਗਾ ਉਹ ਮੁੱਦਾ ਸੀਗਾ ਡਰੱਗ ਦਾ। ਭਾਵੇਂ ਇਹ ਮੁੱਦਾ ਡਰੱਗ ਦਾ ਕੈਪਟਨ ਸਾਹਿਬ ਨੇ ਵੀ ਚੱਕਿਆ ਸੀਗਾ, ਕਿਉਂਕਿ ਕੈਪਟਨ ਸਾਹਿਬ ਦੀ ਜਿਹੜੀ ਉਹ ਕਲਿੱਪਿੰਗ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਡਰੱਗ ਦੇ ਮੁੱਦੇ ਦੇ ਵਿੱਚ ਅਸੀਂ ਪੁਰਜ਼ੋਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਜੋ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਆਪਾਂ ਅੰਦਰ ਕਰਾਂਗੇ। ਕੈਪਟਨ ਸਾਹਿਬ ਦਾ ਔਰ ਸਿੱਧੂ ਸਾਹਿਬ ਦੇ ਬਿਆਨ ਦੇ ਵਿੱਚ ਇੱਕੋ ਹੀ ਫਰਕ ਸੀਗਾ, ਸਿੱਧੂ ਸਾਹਿਬ ਹਮੇਸ਼ਾ ਇੱਕ ਖਾਸ ਨਾਂ ਲੈਂਦੇ ਸੀਗੇ ਪਰ ਕੈਪਟਨ ਸਾਹਿਬ ਉਹ ਖਾਸ ਨਾਂ ਮਿਸ ਕਰ ਜਾਂਦੇ ਸੀਗੇ। ਉਹ ਗੱਲ ਹੁਣ 4.5 ਸਾਲ ਬਾਅਦ ਉੱਥੇ ਹੀ ਖੜੀ ਹੈ। ਡਰੱਗ ਦੇ ਮੁੱਦੇ ਤੇ, ਬੇਅਦਬੀਆਂ ਦੇ ਮੁੱਦੇ ਤੇ, ਮਾਈਨਿੰਗ ਦੇ ਮੁੱਦੇ ਤੇ ਔਰ ਤਮਾਮ ਜਿਹੜੇ 6-7 ਹੋਰ ਪੁਆਇੰਟ ਸੀਗੇ ਜਿਹੜੇ ਸਿੱਧੂ ਉਹਨਾਂ ਨੇ ਆਪਣੇ ਸੀਰੀਜ਼ ਆਫ ਇੰਟਰਵਿਊ ਜਿਹੜੇ ਚੈਨਲਾਂ ਨੂੰ ਦਿੱਤੇ ਸੀ ਜਿਹਦੇ ਵਿੱਚ ਚੱਕੇ, ਉਹ ਸਾਰੇ ਦੇ ਸਾਰੇ ਮੁੱਦੇ ਹਾਈ ਕਮਾਨ ਨੇ ਚੁੱਕ ਕੇ ਹੁਣ ਕੈਪਟਨ ਸਾਹਿਬ ਜਦ ਦਿੱਲੀ ਗਏ ਸੀ ਉਹ ਦੇ ਦਿੱਤੇ। ਉਹਦੇ ਵਿੱਚ ਪ੍ਰਮੁੱਖਤਾ ਨਾਲ ਜਿਹੜਾ ਮੁੱਦਾ ਡਰੱਗ ਦਾ ਵੀ ਸੀਗਾ। ਡਰੱਗ ਦੇ ਮੁੱਦੇ ਤੇ ਕੈਪਟਨ ਸਾਹਿਬ ਜਦੋਂ ਪੰਜਾਬ ਵਾਪਿਸ ਆਏ ਤੇਜ਼ ਵੀ ਹੋਏ ਨੇ। ਅੱਜ ਵੀ ਕੈਪਟਨ ਸਾਹਿਬ ਨੇ ਇੱਕ ਪ੍ਰੈਸ ਨੋਟ ਛੱਡਿਆ। ਉਸ ਪ੍ਰੈਸ ਨੋਟ ਦੇ ਵਿੱਚ ਉਹੀ ਗੱਲਾਂ ਜਿਹੜੀ ਉਹ 4.5 ਸਾਲ ਕਹਿੰਦੇ ਰਹੇ ਕਿ ਪਾਕਿਸਤਾਨ ਤੋਂ ਡਰੱਗ ਦੀ ਸਮਗਲਿੰਗ ਹੁੰਦੀ ਹੈ, ਸਾਡਾ ਬਾਰਡਰ ਸਟੇਟ ਹੈ, ਡਰੱਗ ਦੇ ਵਾਸਤੇ ਕੋਈ ਨੈਸ਼ਨਲ ਲੈਵਲ ਤੇ ਇੱਕ ਪਾਲਿਸੀ ਬਣੇ ਜਿਹਦੇ ਰਾਹੀਂ ਅਸੀਂ ਡਰੱਗ ਦੀ ਜਿਹੜੀ ਐਮੀਨੈਂਸ ਹੈਗੀ ਹੈ ਉਸ ਤੋਂ ਨਿਜਾਤ ਪਾ ਸਕੀਏ। ਪਰ ਉਸ ਪ੍ਰੈਸ ਨੋਟ ਦੇ ਵਿੱਚ ਜਿਹੜੀ ਗੱਲਾਂ ਅੱਜ ਸਿੱਧੂ ਉਹਨਾਂ ਨੇ ਚੱਕੀਆਂ, ਹਾਲਾਂਕਿ ਅੱਜ ਚੱਕੀਆਂ ਅਸੀਂ ਨਹੀਂ ਕਹਿ ਸਕਦੇ, ਉਹ ਲਗਾਤਾਰ 4.5 ਸਾਲ ਇਹ ਮੁੱਦੇ ਚੱਕਦੇ ਰਹੇ, ਇੱਥੇ ਤੱਕ ਕਿ ਜਦ ਐਸਟੀਐਫ ਮੈਂ ਸਰ ਇਹਦੇ ਚ ਥੋੜਾ ਜਿਹਾ ਦਖਲ ਦੇਣਾ ਚਾਹੂੰਗਾ। ਅੱਜ ਡੀਜੀਪੀ ਨੂੰ ਜਿਹੜਾ ਉਹਨਾਂ ਨੇ 4 ਲਫ਼ਜ਼ ਲਿਖੇ ਆ, 5-6 ਲਾਈਨਾਂ ਲਿਖੀਆਂ ਨੇ, ਉਹਦੇ ਵਿੱਚ ਸਾਫ਼ ਲਿਖਿਆ ਕਿ ਜਿਹੜੇ ਸਾਨੂੰ ਪਰਚੇ ਕਰਾਉਣ ਦੀਆਂ ਧਮਕੀਆਂ ਦੇ ਰਹੇ, ਜਿਹੜੇ ਸਾਡੇ ਤੇ ਪਰਚੇ ਕਰਾਉਣ ਦੀਆਂ ਧਮਕੀਆਂ ਦੇ ਰਹੇ ਆ, ਉਹਨਾਂ ਦੇ ਖਿਲਾਫ ਸਫੀਸ਼ੀਐਂਟ ਸਬੂਤ ਨੇ, ਉਹਨਾਂ ਨੂੰ ਤੁਸੀਂ ਫੜਦੇ ਕਿਉਂ ਨਹੀਂ? ਇਹ ਮੇਰੇ ਖਿਆਲ ਗੱਲ ਕੀਤੀ ਹੈ ਉਹਨਾਂ ਨੇ। ਸੋ ਮੇਰਾ ਮਤਲਬ ਸਿੱਧਾ ਹੈ ਕਿ ਅੱਜ ਹੀ ਹਮਲਾ ਕੀਤਾ ਹੈ, ਉਹਦੇ ਵਿੱਚ ਪੁਰਾਣੇ ਸਾਰੇ ਦੇ ਸਾਰੇ ਵੀਡੀਓਜ਼, ਪੁਰਾਣੇ ਸਾਰੇ ਦੇ ਸਾਰੇ ਦਸਤਾਵੇਜ਼ ਜਿਨ੍ਹਾਂ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਵੱਲੋਂ 34 ਸਫ਼ਿਆਂ ਦੀ ਜਿਹੜੀ ਹਾਈ ਕੋਰਟ 'ਚ ਸਬਮਿਟ ਕੀਤੀ ਗਈ ਰਿਪੋਰਟ ਆ, ਜਿਹਦੇ ਵਿੱਚ ਈਡੀ ਦਾ ਹਵਾਲਾ, ਈਡੀ ਦੇ ਨਰਿੰਜਨ ਸਿੰਘ ਦੇ ਹਵਾਲੇ ਨਾਲ ਉਹਨਾਂ ਨੇ, ਹਰਪ੍ਰੀਤ ਸਿੱਧੂ ਨੇ ਹਾਈ ਕੋਰਟ ਨੂੰ ਉਹ ਸਬਮਿਟ ਕੀਤੀ ਆ। ਔਰ ਮੇਰਾ ਖਿਆਲ ਉਹਦੇ ਵਿੱਚ ਜ਼ਿਕਰ ਆ ਰਿਹਾ ਕਿ ਹਾਈ ਕੋਰਟ ਨੇ ਹੀ ਕਿਹਾ ਸੀਗਾ ਕਿ ਈਡੀ ਵਾਲੀ ਰਿਪੋਰਟ ਜਿਹੜੀ ਆ ਉਹ ਸਾਂਝੀ ਕਰ ਦਿਓ ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ ਟਾਸਕ ਫੋਰਸ ਨੂੰ। ਕੀ ਕਹਿੰਦੇ ਹੋ? ਉਸ 34 ਪੇਜ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਵੀ ਨਿਰੰਜਨ ਸਿੰਘ ਵਾਲੀ ਜਿਹੜੀ ਈਡੀ ਦੀ ਰਿਪੋਰਟ ਹੈ ਉਹਦਾ ਵੀ ਜ਼ਿਕਰ ਹੈਗਾ। ਉਹਦੇ ਬੇਸ ਤੇ ਹੀ
ਇਹ ਜਿਹੜੇ ਹਰਪ੍ਰੀਤ ਸਿੱਧੂ ਹੋਣਾ ਹੁਣ ADGP ਹੈਗੇ ਨੇ, ਉਹਨਾਂ ਨੇ ਜਿਹੜੀ ਹਾਈ ਕੋਰਟ ਦੇ ਵਿੱਚ ਰਿਪੋਰਟ ਸਬਮਿਟ ਕੀਤੀ ਸੀ, ਉਹਦੇ ਵਿੱਚ ਉਹਦਾ ਪੂਰਾ ਜ਼ਿਕਰ ਹੈ। 3-4 ਨਾਂ ਆਉਂਦੇ ਨੇ, ਜਗਦੀਸ਼ ਭੋਲਾ, ਪਿੰਡੀ, ਸੱਤਾ ਔਰ ਔਲਖ। ਇਹ ਬਿੱਟੂ ਔਲਖ ਦਾ ਵੀ ਨਾਮ ਉਹਦੇ ਵਿੱਚ ਸੀਗਾ। ਇਹ ਸਾਰਿਆਂ ਨੇ ਕਿਸੇ ਨਾ ਕਿਸੇ ਜਗ੍ਹਾ ਕੋਰਟਾਂ ਦੇ ਵਿੱਚ ਇੱਕ ਸਟੇਟਮੈਂਟ ਵੀ ਦਿੱਤੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਮਜੀਠੀਆ ਉਹਨਾਂ ਦਾ ਨਾਂ ਲਿਆ ਸੀਗਾ, ਜੋ ਵੀਡੀਓ ਤੁਸੀਂ ਵੀ ਦੇਖੀ ਹੋਏਗੀ, ਅਸੀਂ ਵੀ ਦੇਖੀ ਹੈਗੀ ਹੈ। ਪਰ ਉਸ ਨਾਂ ਲੈਣ ਤੋਂ ਬਾਅਦ ਵੀ ਮੈਨੂੰ ਲੱਗਦਾ ਨਹੀਂ ਕਿ ਸੂਬੇ ਦੀ ਸਰਕਾਰ ਨੇ ਕੋਈ ਇਨਵੈਸਟੀਗੇਸ਼ਨ, ਕੋਈ ਗੱਲਬਾਤ ਜਿਹੜੀ ਕਿਸੇ ਤਰਫ ਜਾ ਰਹੀ ਹੋਏ ਉਹ ਕੀਤਾ ਹੋਏ। ਹੁਣ ਕਿਉਂਕਿ ਡਰੱਗ ਦੇ ਮੁੱਦੇ ਤੇ ਹਾਈਕਮਾਨ ਨੇ ਹੋਮਵਰਕ ਦਿੱਤਾ ਹੋਇਆ ਹੈ, ਉਹ ਡਰੱਗ ਦੇ ਮੁੱਦੇ ਤੇ ਕਾਰਵਾਈ ਕਰਨ ਦਾ, ਜੇ ਸਿੱਧੂ ਉਹਨਾਂ ਦਾ ਜਿਹੜਾ 4.5-5 ਸਾਲ ਦਾ ਏਜੰਡਾ ਹੈਗਾ ਉਹ ਹੈ ਕਿ ਜੇ ਅਕਾਲੀ ਇਹਦੇ ਵਿੱਚ ਇਨਵੋਲਵ ਹੈਗੇ ਹੈ ਤੇ ਉਹਦੇ ਖਿਲਾਫ ਕੈਪਟਨ ਸਾਹਿਬ ਕੋਈ ਐਕਸ਼ਨ ਕਿਉਂ ਨਹੀਂ ਲੈਂਦੇ। ਇਹ ਰਲੇ ਹੋਏ ਹੋਣ ਦਾ ਇੱਕ ਪੁਖਤਾ ਸਬੂਤ ਦੇ ਵਜੋਂ ਵੀ ਉਹ ਬਾਰ-ਬਾਰ ਪੇਸ਼ ਕਰਦੇ ਰਹਿੰਦੇ, ਪਰ ਉਹ ਇਹ ਸਬੂਤ ਤੇ ਹੈ ਹੀ ਹੈ। ਪਰ ਹੁਣ DGP ਉਹਨਾਂ ਨੂੰ ਇਹ ਸਵਾਲ ਪੁੱਛਣ ਤੋਂ ਬਾਅਦ, DGP ਉਹਨਾਂ, ਹਾਲਾਂਕਿ ਉਹ ਹੋਮ ਮਿਨਿਸਟਰੀ ਦੇ ਅੰਡਰ ਆਉਂਦੇ ਨੇ, ਉਹ ਕੈਪਟਨ ਸਾਹਿਬ ਦੇ ਅੰਡਰ ਆਉਂਦੇ ਨੇ, ਇਸ ਗੱਲ ਦਾ ਜਵਾਬ ਉਹ DGP ਸਾਹਿਬ ਸਿੱਧੂ ਉਹਨਾਂ ਨੂੰ ਦੇਣਗੇ ਜਾਂ ਨਹੀਂ ਦੇਣਗੇ। ਜੇ ਦਿੰਦੇ ਹੈ ਤਾਂ ਉਹਨਾਂ ਨੂੰ ਦਿੱਕਤ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ, ਜੇ ਨਹੀਂ ਦਿੰਦੇ ਤੇ ਸਿੱਧੂ ਇਸ ਸਵਾਲ ਨੂੰ ਬਾਰ-ਬਾਰ DGP ਦੇ ਰਾਹੀਂ ਜਾਂ DGP ਨੂੰ ਨਿਸ਼ਾਨਾ ਮਾਰ ਕੇ, ਕਈ ਵਾਰ ਕਹਿੰਦੇ ਨੇ ਵੀ ਜਦ ਨੂੰਹ ਨੂੰ ਸੁਣਾਉਣਾ ਹੋਏ ਤੇ ਬੇਟੀ ਨੂੰ ਕਹਿ ਦਿਓ। DGP ਨੂੰ ਕਹਿਣ ਦਾ ਮਤਲਬ ਹੈ ਉਹ ਸਿੱਧਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਫੇਰ ਇੱਕ ਅਟੈਕ ਕੀਤਾ ਹੈ, ਜੋ ਕਿ ਪਹਿਲੇ ਵੀ ਉਹ ਕਈ ਵਾਰ ਕਰ ਚੁੱਕੇ ਨੇ। ਅੱਜ ਵੀ ਉਹਨਾਂ ਨੇ ਇਹੀ ਮੁੱਦੇ ਕੀਤੇ ਕਿ ਦੇਖੋ, ਕੋਈ ਵੀ ਸਟੇਟਮੈਂਟ ਕੋਈ ਦਿੰਦਾ ਹੈ ਔਰ ਕਿਸੇ ਦਾ ਨਾਂ ਲੈਂਦਾ ਹੈ ਔਰ ਉਹ ਡਰੱਗ ਕੇਸ ਵਿੱਚ ਫਸਿਆ ਹੋਇਆ ਹੈ ਔਰ ਉਹ ਇਹ ਕਹਿੰਦਾ ਹੈ ਕਿ ਜਿੰਨੇ ਕੁ ਕਸੂਰਵਾਰ ਅਸੀਂ ਹੈਗੇ ਆ ਉਹਨਾਂ ਹੀ ਇੱਕ ਨੇਤਾ ਵੀ ਹੈਗਾ। ਔਰ ਇਹ ਗੱਲ ਸਿਰਫ ਜਗਦੀਸ਼ ਭੋਲੇ ਦੀ ਨਹੀਂ ਗਈ, ਹੋਰ ਵੀ ਤੁਸੀਂ ਜਿਹੜੇ ਇਨਵੋਲਵਡ ਹੈਗੇ ਆ, ਇਹ ਬਿੱਟੂ ਔਲਖ ਵੀ ਕਿਤੇ ਕਹਿ ਰਹੇ ਆ ਇਸੇ ਵੀਡੀਓ 'ਚ, ਮੈਂ ਸੁਣਿਆ ਬਿੱਟੂ ਔਲਖ ਵੀ ਸ਼ਾਇਦ ਕੁਝ ਕਹਿ ਰਹੇ ਆ। ਹੁਣ ਉਹਦਾ ਸਿੱਧਾ ਸੰਕੇਤ ਕੀ ਆ ਅੱਜ ਮੈਂ ਕਲੀਅਰ ਨਹੀਂ ਉਹਨੂੰ ਸੁਣ ਪਾਇਆ, ਲੇਕਿਨ ਇੱਕ ਚੀਜ਼ ਬਹੁਤ ਅਹਿਮ ਆ, ਉਹ ਬਹੁਤ ਅਹਿਮ ਆ ਕਿ ਪਹਿਲਾਂ ਜਦੋਂ ਭੋਲਾ ਨੇ ਆਪਣੀ ਪੇਸ਼ੀ ਮੌਕੇ ਪ੍ਰੈਸ ਨੂੰ ਦੂਰੋਂ ਕਹਿਤਾ ਸੀ, ਇਹ ਸਾਰੀਆਂ ਗੱਲਾਂ ਕਹਿਤੀਆਂ ਸੀਗੀਆਂ, ਜਿਹਦੇ ਵਿੱਚ ਉਹਨੇ 3 ਵਿਦੇਸ਼ੀ ਨਾਂ ਲੈ ਲਏ, ਜਿਹਨੂੰ ਤੁਸੀਂ ਸੱਤਾ, ਪਿੰਦੀ ਕਹਿੰਦੇ ਹੋ, ਅਮਰਿੰਦਰ, ਲਾਡੀ ਕਹਿੰਦੇ ਹੋ, ਇਹ ਸਾਰੇ ਨਾਂ ਲਏ ਸੀਗੇ। ਔਰ ਇੱਕ ਵੱਡਾ ਨਾਂ ਲਿਆ ਸੀਗਾ ਮਾਝੇ 'ਚ ਬਾਦਲ ਕਿਆਂ ਦੇ ਰਿਸ਼ਤੇਦਾਰ ਦਾ। ਉਦੋਂ ਤਾਂ ਬਾਦਲਾਂ ਦੀ ਸਰਕਾਰ ਸੀ, ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਪ੍ਰਧਾਨ ਸੀ, ਉਹਨਾਂ ਨੇ ਧਰਨੇ ਲਾਤੇ, ਮੁਜ਼ਾਹਰੇ ਕਰਤੇ ਕਿ CBI ਦੀ ਜਾਂਚ ਕਰਾਓ, ਇੱਥੇ ਇਨਵੈਸਟੀਗੇਸ਼ਨ ਫੇਰ ਨਹੀਂ ਹੋਊਗੀ। ਲੇਕਿਨ ਅਖੀਰ 'ਚ ਜਦੋਂ ਗੱਲ ਬਹੁਤ ਸਿਖਰ ਤੇ ਚਲ ਗਈ, ਕਾਂਗਰਸੀ ਹੱਲਾ ਬੋਲ ਬੜਾ ਤਗੜਾ ਹੋ ਗਿਆ, ਉਸੇ ਵੇਲੇ ਮੌਕੇ ਤੇ ਮੇਰੇ ਕੋਲ ਕੁਝ ਲੋਕ ਹਾਈ ਕੋਰਟ 'ਚ ਵੀ ਚਲੇ ਗਏ ਸੀ। ਉਸ ਮੌਕੇ ਅਮਰਿੰਦਰ ਸਿੰਘ ਕੈਪਟਨ ਨੇ ਆ ਕੇ ਕਿਹਾ ਸੀ ਕਿ ਸਾਡੀ ਪੁਲਿਸ ਸਮਰੱਥ ਆ, CBI ਨੂੰ ਦੇਣ ਦੀ ਕੋਈ ਲੋੜ ਨਹੀਂ। ਗੱਲ ਘੱਟੇ ਕੌਡੀ ਰੁਲ ਗਈ। ਲੇਕਿਨ ਉਸ ਤੋਂ ਬਾਅਦ ਇਹ ਗੱਲ ਠੰਡ ਠੰਡੋਲੇ 'ਚ 4.5 ਸਾਲ ਇਸ ਸਰਕਾਰ 'ਚ ਵੀ ਵੱਧ ਆਈ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਖਿਆਲ ਆਪਣੀ ਜੀਵਨ ਹਯਾਤੀ ਦਾ, ਪੋਲੀਟੀਕਲ ਕੈਰੀਅਰ ਦਾ ਸਭ ਤੋਂ ਵੱਡਾ ਸੰਕਟ ਮੰਡਰਾ ਰਿਹਾ, ਉਸ ਮੌਕੇ ਇਸ ਮਸਲੇ ਦਾ ਉੱਭਰ ਕੇ ਆਉਣਾ ਤੇ ਉਹ ਵੀਡੀਓ ਜਿਹੜੀ ਕਈ ਤਰ੍ਹਾਂ ਦੇ ਨਾਲ ਆਪਣੇ ਐਵੀਡੈਂਸ ਲੈ ਕੇ ਤੁਰਦੀ ਆ, ਉਹਦਾ ਛਾਇਆ ਕਰਨਾ ਸਿੱਧੂ ਦਾ, ਤੁਹਾਨੂੰ ਲੱਗਦਾ ਕੈਪਟਨ ਅਮਰਿੰਦਰ ਇਹਦੇ ਤੇ ਤੁਰੰਤ ਕਾਰਵਾਈ ਕਰਨਗੇ? ਕੋਈ ਇਨਵੈਸਟੀਗੇਸ਼ਨ ਹੋਊਗੀ? ਹਾਈ ਕੋਰਟ ਦੇ ਵਿੱਚ ਉਹ ਜਿਹੜੇ ਮਸਲੇ ਪਏ ਉਹਨਾਂ ਤੇ ਸੁਣਵਾਈ ਹੋਈ ਵੀ ਕਿ ਨਹੀਂ ਅਜੇ ਕਿਸੇ ਨੇ ਨਹੀਂ ਦੱਸਿਆ। ਜੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਾਈਲਾਂ ਸੌਂਪੀਆਂ, ਇਹਨਾਂ ਨੇ ਵੀ ਉਹ ਜਿਹੜੇ ਸੀਲਬੰਦ ਲਿਫਾਫੇ ਉਹਨਾਂ ਬਾਰੇ ਕੁਝ ਨਹੀਂ ਦੱਸਿਆ, ਤੁਹਾਨੂੰ ਲੱਗਦਾ ਇੱਥੋਂ ਗੱਲ ਅੱਗੇ ਵਧੂਗੀ ਜਾਂ ਫਿਰ ਇੱਕ ਵਾਰੀ ਮਿੱਟੀ ਪੈ ਜੂ? ਦੇਖੋ, ਜਿਹੜਾ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕੁਝ ਖਾਸ ਮੁੱਦਿਆਂ ਦੇ ਉੱਤੇ ਕੰਮ ਕਰਨ ਵਾਸਤੇ ਕਿਹਾ ਹੈ। ਉਹਨਾਂ ਵਿੱਚੋਂ ਤੁਸੀਂ ਜਿਸ ਤਰ੍ਹਾਂ ਕਿਹਾ, ਸਾਰਿਆਂ ਨੂੰ ਪਤਾ ਹੈ ਕਿ ਡਰੱਗ ਦਾ ਮੁੱਦਾ ਇੱਕ ਇੰਪੋਰਟੈਂਟ ਇਸ਼ੂ ਹੈਗਾ। ਡਰੱਗ ਦੇ ਮੁੱਦੇ ਤੇ ਅਗਰ ਕਾਰਵਾਈ ਨਹੀਂ ਹੋਈ, ਕਿਉਂਕਿ ਕੈਪਟਨ ਸਾਹਿਬ ਡਰੱਗ ਦੇ ਮੁੱਦੇ ਦੇ ਉੱਤੇ ਜਦ ਵੀ ਗੱਲ ਹੁੰਦੀ ਹੈ, ਜਦ ਵੀ ਉਹਨਾਂ ਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਤੁਸੀਂ ਗੁਟਕਾ ਸਾਹਿਬ ਨੂੰ ਹੱਥ 'ਚ ਰੱਖ ਕੇ ਬਠਿੰਡੇ ਦੇ ਵਿੱਚ ਸਹੁੰ ਚੱਕੀ ਸੀਗੀ ਕਿ 4 ਹਫ਼ਤਿਆਂ ਦੇ ਵਿੱਚ ਬਠਿੰਡੇ ਪੂਰੇ ਪੰਜਾਬ ਤੋਂ ਅਸੀਂ ਨਸ਼ਾ ਖਤਮ ਕਰ ਦਾਂਗੇ। ਔਰ 4 ਸਾਲ ਬਾਅਦ ਜਦ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਵੀ ਉਹ ਕੀ ਬਣਿਆ ਉਸ ਸਹੁੰ ਦਾ, ਉਹ ਕਹਿੰਦੇ ਵੀ ਅਸੀਂ ਲੱਕ ਤੋੜਤੀ। ਔਰ ਜਦ ਵੀ ਨਸ਼ੇ ਦੇ ਮੁੱਦੇ ਤੇ ਜਿਹੜੇ ਪ੍ਰੈਸ ਨੋਟ ਛੱਡੇ ਜਾਂਦੇ ਨੇ, ਉਹਦੇ ਵਿੱਚ ਗਿਣਤੀ ਵੱਧਦੀ ਰਹਿੰਦੀ ਹੈ ਕਿ ਵੀ ਇੰਨੇ ਹਜ਼ਾਰ ਬੰਦੇ ਅਸੀਂ ਫੜ ਲਏ, ਇੰਨੀ ਵੱਡੀ ਮਛਲੀਆਂ ਸੀਗੀ। ਪਰ ਉਹ ਸਾਰੀ ਮਛਲੀਆਂ ਦੇ ਵਿੱਚ ਜਿਹੜਾ ਸਿੱਧੂ ਉਹਨਾਂ ਦਾ ਐਲੀਗੇਸ਼ਨ, ਉਹ ਐਲੀਗੇਸ਼ਨ ਕੈਪਟਨ ਸਾਹਿਬ ਨੇ ਵੀ ਲਾਇਆ ਸੀਗਾ ਇਲੈਕਸ਼ਨ ਤੋਂ ਪਹਿਲੇ, ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਕਦੀ ਵੀ ਉਹ ਨਾ। ਹੁਣ ਤੁਸੀਂ ਇਹ ਦੇਖੋ ਕਿ ਜਿਹੜਾ 6000 ਕਰੋੜ ਦਾ ਸੋ ਕਾਲਡ ਡਰੱਗ ਰੈਕਟ, ਜਿਹਦੇ ਵਿੱਚ ਜਿਹੜਾ ਜਗਦੀਸ਼ ਭੋਲਾ ਵੀ ਇਨਵੋਲਵ ਸੀਗਾ, ਇੱਕ ਰਾਜਾ ਕੰਦੋਲਾ ਦੀ ਵੀ ਗੱਲ ਚੱਲਦੀ ਸੀਗੀ, ਔਰ ਇਹ ਜਿਹੜੇ ਬੰਦੇ ਤੁਸੀਂ ਪਿੰਡੀ, ਸੱਤਾ, ਔਲਖ, ਹੋਰ ਜਿਹੜੇ ਬੰਦੇ ਹੈਗੇ ਲਾਡੀ,
ਇਹ ਵੀ ਉਹਦੇ ਵਿੱਚ ਇਨਵੋਲਵ ਸੀਗੇ। ਔਰ ਇਹਨਾਂ ਨੇ ਆਪਣੀ ਸਟੇਟਮੈਂਟਸ ਦੇ ਵਿੱਚ, ਖਾਸ ਕਰਕੇ ਈਡੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਫ਼ ਹੋਈ ਸੀ, ਇਹ ਕਿਸੇ ਨਾ ਕਿਸੇ ਜਗ੍ਹਾ ਉਸ ਅਕਾਲੀ ਲੀਡਰ ਦੇ ਘਰ ਰਹਿੰਦੇ ਰਹੇ। ਔਰ ਉਸ ਗੱਲ ਦਾ ਜ਼ਿਕਰ ਉਸ ਰਿਪੋਰਟ ਦੇ ਵਿੱਚ ਵੀ ਹੈਗਾ। ਔਰ ਲਾਸਟ ਵਿੱਚ ਜਿਹੜੇ 34ਵੇਂ ਪੇਜ ਦੀ ਰਿਪੋਰਟ ਹੈ, ਸਿੱਧੂ ਉਹਨਾਂ ਦੇ ਕਹਿਣ ਦੇ ਮੁਤਾਬਿਕ, ਕਿਉਂਕਿ ਅਸੀਂ ਰਿਪੋਰਟ ਨਾ ਦੇਖੀ ਨਾ ਪੜ੍ਹੀ, ਪਰ ਸਿੱਧੂ ਉਹਨਾਂ ਦਾ ਕਹਿਣਾ ਹੈ ਕਿ 34ਵੇਂ ਪੇਜ ਤੇ ਇਹ ਸਾਫ਼-ਸਾਫ਼ ਲਿਖਿਆ ਹੈ ਕਿ ਪ੍ਰਾਈਮਾ ਫੇਸੀ ਉਸ ਮਾਝੇ ਦੇ ਅਕਾਲੀ ਲੀਡਰ ਦੀ ਇਨਵੋਲਵਮੈਂਟ ਪਾਈ ਜਾਂਦੀ। ਅਸੀਂ ਨਾਂ ਨਹੀਂ ਲੈ ਰਹੇ, ਜਾਣਬੁੱਝ ਕੇ ਅਸੀਂ ਨਾਂ ਨਹੀਂ ਲੈ ਰਹੇ, ਅਸੀਂ ਨਾਂ ਲੈ ਸਕਦੇ ਹਾਂ ਕਿਉਂਕਿ ਇਹ ਐਲੀਗੇਸ਼ਨ ਉਸ ਬੰਦ ਲਿਫਾਫੇ ਦੇ ਆਧਾਰ ਤੇ ਲਾਇਆ ਜਾ ਰਿਹਾ ਹੈ ਜੋ ਅਸੀਂ ਨਹੀਂ ਦੇਖਿਆ। ਜੋ ਸਿੱਧੂ ਕਹਿ ਰਿਹਾ ਉਹ ਸਿੱਧੂ ਕੋਲ ਕੋਈ ਐਵੀਡੈਂਸ ਹੋਵੇ ਜਾਂ ਗੱਲ ਹੋਵੇ, ਗੱਲ ਅਲੱਗ ਆ। ਲੇਕਿਨ ਜਿਵੇਂ ਤੁਸੀਂ ਕਿਹਾ ਸੀ ਕਿ ਈਡੀ ਦੀ ਜਾਂਚ ਵਿੱਚ ਇਹ ਔਲਖ ਤੇ ਬਾਕੀਆਂ ਨੇ ਕੁਝ ਗੱਲਾਂ ਕਹੀਆਂ ਨੇ, ਅਸੀਂ ਉਹਦੇ ਵਿੱਚ ਵੀ ਦੂਰ ਤੱਕ ਨਹੀਂ ਜਾ ਰਹੇ ਕਿਉਂਕਿ ਉਹ ਰਿਪੋਰਟ ਨੂੰ ਅਸੀਂ ਇਹ ਗੱਲ ਕਹਿ ਕੇ ਕਿ ਅਸੀਂ ਦੇਖੀ ਆ ਜਾਂ ਉਹਦੇ ਆਧਾਰ ਤੇ ਜਾਂ ਉਹਨੂੰ ਪੜ੍ਹ ਕੇ ਸੁਣਾਈਏ, ਐਸਾ ਕੁਝ ਨਹੀਂ ਆ। ਜਿਹੜੇ ਤੱਥ, ਜਿਹੜੇ ਕੁਝ ਇੱਕ ਪੇਜ ਦੇ ਵਿੱਚੋਂ ਜਿਹੜੇ ਆਊਟਲਾਈਨਸ ਦਿੱਤੀਆਂ ਨੇ ਸਿੱਧੂ ਨੇ, ਅਸੀਂ ਉਹਨਾਂ ਨੂੰ ਵੀ ਇੱਥੇ ਪੇਸ਼ ਨਹੀਂ ਕਰ ਰਹੇ। ਉਹ ਵੀਡੀਓ ਤੁਸੀਂ ਸਾਰੇ ਦੇਖ ਸਕਦੇ ਹੋ, ਸਿੱਧੂ ਦੇ ਪੇਜ ਤੇ ਜਾ ਕੇ ਦੇਖ ਸਕਦੇ ਹੋ। ਸਵਾਲ ਸਿਰਫ ਇੰਨਾ ਹੈ ਕਿ ਸਿੱਧੂ ਦੀ ਰਾਜਨੀਤੀ ਬਾਗੀ ਕਿਸਮ ਦੀ ਰਾਜਨੀਤੀ ਹੈ। ਪੰਜਾਬ ਦਾ ਸੁਭਾਅ ਬਾਗੀ ਹੈ। ਪੰਜਾਬੀ ਬਗਾਵਤ ਕਰਦੇ ਆ, ਸਿਸਟਮ ਦੇ ਖਿਲਾਫ ਕਰਦੇ ਆ, ਸਰਕਾਰਾਂ ਦੇ ਖਿਲਾਫ ਕਰਦੇ ਆ। ਸੋ ਸਿੱਧੂ ਦੀ ਪ੍ਰਵਾਨਗੀ ਸਾਡੇ ਤੁਹਾਡੇ ਸਾਰਿਆਂ 'ਚ ਉਨੀ ਆ। ਸਿੱਧੂ ਬਦਲਾਅ ਲਈ ਅੱਗੇ ਵੱਧਦਾ ਹੈ, ਲੇਕਿਨ ਉਸ ਬਦਲਾਅ ਲਈ ਧਰਾਤਲ ਵੀ ਹੋਣੀ ਚਾਹੀਦੀ, ਜ਼ਮੀਨ ਹੋਣੀ ਚਾਹੀਦੀ ਹੈ। ਸੋ ਜਿਹੜੀ ਲੜਾਈ ਸਿੱਧੂ ਨੇ ਸ਼ੁਰੂ ਕੀਤੀ ਆ, ਕੋਈ ਦੋ ਰਾਵਾਂ ਨਹੀਂ, ਉਹ ਪੰਜਾਬ ਦੀ ਅਸਲ ਲੜਾਈ ਆ। ਨਸ਼ੇ ਪੰਜਾਬ ਦੇ ਵਿੱਚ ਬਹੁਤ ਕੁਝ ਰੋੜ ਕੇ ਲੈ ਗਏ। ਹੁਣ ਸਵਾਲ ਇਹ ਆ ਕਿ ਸਿੱਧੂ ਇਸ ਬਾਗੀ ਤਬੀਅਤ ਨਾਲ ਇਹਨਾਂ ਮਾਮਲਿਆਂ 'ਚ ਕੁਝ ਕਾਰਵਾਈ ਕਰਾਉਣ 'ਚ ਸਫਲ ਹੁੰਦੇ ਆ ਕਿ ਨਹੀਂ, ਇਹ ਵੱਡਾ ਸਵਾਲ ਆ। ਉਹ ਕੱਲਿਆਂ ਲੜਦੇ ਨਜ਼ਰ ਆਉਣਗੇ, ਪੰਜਾਬ ਨੂੰ ਲਾਮਬੰਦ ਕਰਨਗੇ, ਕਾਂਗਰਸ ਦੇ ਵਿੱਚ ਬਾਕੀ ਸਾਥੀਆਂ ਨੂੰ ਇਕੱਠੇ ਕਰਕੇ ਕੈਪਟਨ ਤੇ ਦਬਾਅ ਬਣਾਉਣਗੇ, ਜਾਂ ਸਿਰਫ ਟਵੀਟ ਨਾਲ ਸਾਰਨਗੇ? ਇਹ ਭਾਸਕਰ ਸਾਹਿਬ ਵੱਡਾ ਸਵਾਲ ਆ ਕਿ ਕੀ ਇਸ ਰਾਜਨੀਤੀ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਹੋਣ ਦੀ ਸੰਭਾਵਨਾ ਹੋ ਸਕਦੀ ਹੈ? ਕਿ ਸਿੱਧੂ ਦੇ ਕਹੇ ਦੇ ਆਧਾਰ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਕੈਪਟਨ ਅਮਰਿੰਦਰ ਸਿੰਘ ਇਹ ਤੇ ਦਿਖਾਉਣਗੇ ਨਹੀਂ, ਜਾਂ ਇਹ ਤਾਂ ਜਸਚਰ ਨਹੀਂ ਦੇਣਗੇ ਕਿ ਮੈਂ ਸਿੱਧੂ ਦੇ ਕਹਿਣ ਤੇ ਕਰ ਰਿਹਾ? ਜੇ ਉਹ ਕਰਨਗੇ ਤੇ ਉਹਦਾ ਕ੍ਰੈਡਿਟ ਵੀ ਲੈਣਾ ਚਾਹਣਗੇ, ਪਰ ਮੈਨੂੰ ਇੰਜ ਲੱਗਦਾ ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਹੀ ਹੋਊਗਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਉਹ ਕਸੂਤੇ ਫਸੇ ਹੋਏ ਨੇ ਇਸ ਮੁੱਦੇ ਤੇ। ਪਹਿਲੇ ਸਿੱਧੂ ਉਹਨਾਂ ਨੇ ਖੁੱਲ ਕੇ ਐਲੀਗੇਸ਼ਨ ਲਾਏ ਕਿ ਕੈਪਟਨ ਸਾਹਿਬ ਜਾਂ ਦੋ ਪਰਿਵਾਰਾਂ ਦੀ ਗੱਲ ਉਹਨਾਂ ਨੇ ਕੀਤੀ, ਇਹ ਰਲੇ ਹੋਏ ਨੇ। 75-25 ਦੀ ਗੱਲ ਵੀ ਉਹਨਾਂ ਨੇ ਕੀਤੀ। ਉਸ ਤੋਂ ਬਾਅਦ ਜਦ 75-25 ਦੀ ਗੱਲ ਜਦ ਉਹਨਾਂ ਨੇ 2019 ਚ ਕੀਤੀ ਸੀਗੀ ਇਲੈਕਸ਼ਨ ਬਠਿੰਡੇ ਦੀ ਰੈਲੀ ਦੇ ਵਿੱਚ, ਲੇਕਿਨ ਉੱਥੇ ਉਹਨਾਂ ਨੇ ਉਹਨੂੰ ਐਕਸਪਲੇਨ ਨਹੀਂ ਕੀਤਾ ਸੀਗਾ। ਐਤਕੀ ਜਿਹੜੇ ਇੰਟਰਵਿਊ ਦਿੱਤੇ 75-25 ਦੀ ਗੱਲ ਉਹਨਾਂ ਨੇ ਖੁੱਲ ਕੇ ਕਹੀ ਕਿ ਵੀ 25 ਕੌਣ 75 ਕੌਣ। ਉਸ ਤੋਂ ਬਾਅਦ ਹੁਣ ਇਹ ਡਰੱਗ ਦਾ ਮੁੱਦਾ ਉਹਨਾਂ ਨੇ ਹੀ ਪੁਰਜ਼ੋਰ ਤਰੀਕੇ ਨਾਲ ਚੱਕਿਆ ਸੀ, ਜਿਹਦੇ ਆਧਾਰ ਤੇ ਹਾਈ ਕਮਾਨ ਨੇ ਇੱਕ ਟਾਸਕ ਦਿੱਤਾ ਕਿ ਡਰੱਗ ਦੀ ਇਨਵੈਸਟੀਗੇਸ਼ਨ ਨੂੰ ਵੀ ਲੌਜੀਕਲ ਕਨਕਲੂਜਨ ਤੇ ਕੈਪਟਨ ਅਮਰਿੰਦਰ ਸਿੰਘ ਛੇਤੀ ਤੋਂ ਛੇਤੀ ਪਹੁੰਚਾਏ। ਹੁਣ ਇਹਦੇ ਵਿੱਚ ਜਿਹੜੇ ਐਵੀਡੈਂਸਿਸ ਅੱਜ ਸਿੱਧੂ ਉਹਨਾਂ ਨੇ ਆਪਣੇ ਜਿਹੜਾ ਚੈਨਲ YouTube ਚੈਨਲ ਹੈਗਾ ਉਹਦੇ ਵਿੱਚ ਪਾਏ ਨੇ, ਉਹ ਐਵੀਡੈਂਸਿਸ ਸਿੱਧੂ ਉਹਨਾਂ ਐਲੀਗੇਸ਼ਨ ਤੇ ਸਿਰਫ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਲਾ ਰਹੇ ਨੇ, ਜਿਹਦੇ ਵਿੱਚ ਉਹ ਉਸ ਰਿਪੋਰਟ ਦਾ ਜ਼ਿਕਰ ਕਰਦੇ ਨੇ ਜਿਹੜਾ ਬੰਦ ਲਿਫਾਫਾ ਅੱਜ ਤੱਕ ਹਾਈ ਕੋਰਟ ਵਿੱਚ ਪਿਆ ਹੋਇਆ ਹੈ। ਉਸ ਤੋਂ ਇਲਾਵਾ ਜਿੰਨੇ ਵੀ ਚੈਨਲ ਦੇ ਉਹਨਾਂ ਨੇ ਕਲਿੱਪਿੰਗਸ ਦਿਖਾਈ ਹੈ, ਉਹਦੇ ਵਿੱਚ ਭੋਲੇ ਦਾ ਇੰਟਰਵਿਊ ਵੀ ਹੈਗਾ, ਭੋਲੇ ਦੀ ਉਹ ਬਾਈਟ ਵੀ ਹੈਗੀ ਹੈ ਜਿਹਦੇ ਵਿੱਚ ਉਹ ਮਾਝੇ ਦੇ ਅਕਾਲੀ ਲੀਡਰ ਦਾ ਨਾਂ ਲੈਂਦਾ ਹੈ। ਉਸ ਤੋਂ ਇਲਾਵਾ ਹੋਰ ਵੀ ਜਿਹੜੇ ਪਿੰਡੀ ਸੱਤਾ ਜਿਨ੍ਹਾਂ ਦੀ ਗੱਲ ਚੱਲ ਰਹੀ ਹੈ, ਉਹਦੇ ਵੀ ਉਹਨਾਂ ਦੇ ਨਾਂ ਲੈਂਦੇ ਹੋਏ ਵੀ ਜਿੰਨੇ ਕੁ ਅਸੀਂ ਦੋਸ਼ੀ ਹੈਗੇ ਆ ਉਹਨਾਂ ਕੋ ਉਹ ਹੈਗਾ। ਸਿੱਧੂ ਮੁੱਦਾ ਤੇ ਅੱਜ ਉਹ ਚੱਕਣਾ ਚਾਹੁੰਦੇ ਆ ਕਿ ਵੀ ਇਹਨਾਂ ਮੁੱਦਿਆਂ ਤੇ ਇਹਨਾਂ ਗੱਲਬਾਤ ਇਹਨਾਂ ਜਿਹੜੇ ਐਵੀਡੈਂਸ ਦੇ ਉੱਤੇ ਐਕਸ਼ਨ ਅੱਜ ਤੱਕ ਕਿਉਂ ਨਹੀਂ ਲਿਆ ਗਿਆ। ਡੀਜੀਪੀ ਨੂੰ ਸਵਾਲ ਕਰਨ ਦਾ ਮੁੱਦਾ ਹੀ ਆਵੇ ਕਿ ਕੀ ਇਹ ਐਵੀਡੈਂਸਿਸ ਨਹੀਂ ਸੀਗੇ। ਜੇ ਡੀਜੀਪੀ ਸਾਹਿਬ ਜਵਾਬ ਦਿੰਦੇ ਨੇ ਔਰ ਇਹ ਕਹਿੰਦੇ ਨੇ ਕਿ ਵੀ ਨਹੀਂ ਇਹ ਐਪਰੋਪਰੀਏਟ ਐਵੀਡੈਂਸਿਸ ਨਹੀਂ ਸੀਗੇ, ਤੇ ਉਹਨਾਂ ਨੂੰ ਨਾਲ ਦੇ ਨਾਲ ਇਹ ਵੀ ਐਕਸਪਲੇਨ ਕਰਨਾ ਪਏਗਾ ਕਿ ਕਿਉਂ ਨਹੀਂ ਸੀਗੇ ਇਹ ਐਵੀਡੈਂਸਿਸ। ਕਿਉਂਕਿ ਅਸੀਂ ਜਦ ਚੈਨਲਾਂ ਵਿੱਚ ਦੇਖਿਆ ਜਾਂ ਕੈਮਰੇ ਦੇ ਸਾਹਮਣੇ ਦੇਖਿਆ ਤੇ ਭੋਲਾ ਸਾਫ਼-ਸਾਫ਼ ਇੱਕ ਗੱਲ ਕਹਿ ਰਿਹਾ ਹੈ, ਔਰ ਉਸ ਗੱਲ ਨੂੰ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਕੋਈ ਤਵੱਜੋ ਨਹੀਂ ਦਿੱਤਾ ਗਿਆ। ਪਰ ਉਸ ਤੋਂ ਬਾਅਦ ਜੇ ਕੈਪਟਨ ਸਾਹਿਬ ਦੀ ਸਰਕਾਰ ਆਉਂਦੀ ਹੈ ਔਰ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਉਸ ਸਟੇਟਮੈਂਟ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ, ਜਿਹੜੇ ਫਿਰ ਤੇ ਸਿੱਧੂ ਉਹਨਾਂ ਜਿਹੜੇ ਐਲੀਗੇਸ਼ਨਸ ਲਾ ਰਹੇ ਨੇ ਉਹ ਕਿਸੇ ਨਾ ਕਿਸੇ ਜਗ੍ਹਾ ਸੱਚ ਦੀ ਤਰਫ ਜਾਂ ਹੋਰ ਪੁਖਤਾ ਹੋਣ ਦੀ ਤਰਫ ਇਸ਼ਾਰਾ ਤੇ ਕਰਦੇ ਨੇ। ਹੁਣ ਅੱਗੇ ਚੱਲ ਕੇ ਜੀ ਭਾਸਕਰ ਸਾਹਿਬ ਇਸ ਗੱਲ ਚ ਕੋਈ ਦੋ ਜਵਾਬ ਦਿੰਦੇ ਆ ਜਾਂ ਫਿਰ ਡੀਜੀਪੀ ਸਾਹਿਬ ਦਿੰਦੇ ਆ ਜਾਂ ਨਹੀਂ ਵੀ ਦਿੰਦੇ ਆ, ਤੇ ਇਹ ਸਵਾਲ ਸਿੱਧੂ ਉਹਨਾਂ ਬਾਰ-ਬਾਰ ਉਠਾਣਗੇ।
ਔਰ ਮੈਨੂੰ ਇਹ ਲੱਗਦਾ ਕਿ 3-4 ਦਿਨਾਂ ਦੇ ਵਿੱਚ ਜਿਹੜੀ ਸੀਰੀਜ਼ ਆਫ ਪ੍ਰੈਸ ਕਾਨਫਰੰਸ ਸਿੱਧੂ ਉਹਨਾਂ ਨੇ ਕੀਤੀ ਸੀਗੀ, ਅੱਜ ਇਸ ਵੀਡੀਓ ਛੱਡਣ ਤੋਂ ਬਾਅਦ ਏਦਾਂ ਦੀ ਪ੍ਰੈਸ ਕਾਨਫਰੰਸ ਉਹ ਹੋਰ ਵੀ ਕਰ ਸਕਦੇ ਨੇ। ਬਿਲਕੁਲ ਠੀਕ ਹੈ ਭਾਸਕਰ ਸਾਹਿਬ, ਨਸ਼ਿਆਂ ਦਾ ਇੱਕ ਐਸਾ ਮੁੱਦਾ ਹੈ ਜਿਸ ਮੁੱਦੇ ਤੇ ਸੁਰਖਰੂ ਹੋਇਆ ਨਹੀਂ ਜਾਣਾ। ਪੰਜਾਬ ਦੀ ਰਾਜਨੀਤੀ ਆਖਰ ਗੰਧਲੀ ਕਿਉਂ ਹੋਈ, ਇਹ ਬਹੁਤ ਵੱਡਾ ਸਵਾਲ ਆ। ਪੰਜਾਬ ਦੀ ਰਾਜਨੀਤੀ ਸਾਫ਼ ਸੁਥਰੀ ਰਾਜਨੀਤੀ ਸੀ। ਅਕਾਲੀਆਂ ਦੀ ਰਾਜਨੀਤੀ ਮੋਢੇ ਤੇ ਪਰਨੇ ਵਾਲੀ ਰਾਜਨੀਤੀ ਸੀ, ਨੀਲੀਆਂ ਪੱਗਾਂ ਵਾਲੀ ਰਾਜਨੀਤੀ ਸੀ, ਸਧਾਰਨ ਕੁੜਤੇ ਪਜਾਮਿਆਂ ਵਾਲੀ ਰਾਜਨੀਤੀ ਸੀ। ਬੱਸੇ ਬਹਿ ਕੇ ਐਮਪੀ, ਤੁੜ ਵਰਗੇ ਐਮਪੀ ਬੱਸੇ ਬਹਿ ਕੇ ਆਪਣੇ ਇਲਾਕੇ ਦੇ ਲੋਕਾਂ ਦਾ ਚੰਡੀਗੜ੍ਹ ਕੰਮ ਕਰਾ ਲਿਆਉਂਦੇ ਹੁੰਦੇ ਸੀ ਤੇ ਸਕੱਤਰੇਤ ਦੀਆਂ ਪੌੜੀਆਂ ਐ ਚੜ ਜਾਂਦੇ ਹੁੰਦੇ ਸੀ ਬਿਨਾਂ ਲਿਫਟ ਤੋਂ। ਅੱਜ ਹੁਣ ਸਵਾਲ ਖੜਾ ਹੋ ਗਿਆ, ਰਾਜਨੀਤੀ ਓਵਰਨਾਈਟ ਨਹੀਂ ਬਦਲੀ। ਰਾਜਨੀਤੀ ਦੇ ਵਿੱਚ ਚਿੱਟ ਕੱਪੜੀਏ, ਕੁੜਤੇ ਪਜਾਮੇ, ਵੱਡੀਆਂ ਗੱਡੀਆਂ ਔਰ ਤਾਮ-ਝਾਮ ਇਹ ਜਦੋਂ ਆਉਂਦੇ ਆ, ਇਹਦੇ ਨਾਲ ਬੜੇ ਭੈੜ ਆਉਂਦੇ ਆ। ਕਾਂਗਰਸ ਇਹ ਤੋਂ ਅਛੂਤੀ ਨਹੀਂ। ਅੱਜ ਕਾਂਗਰਸ ਦਾ ਇੱਕ ਸਾਬਕਾ ਪ੍ਰਧਾਨ, ਅੰਮ੍ਰਿਤਸਰ ਦਾ ਸ਼ਹਿਰੀ ਪ੍ਰਧਾਨ, ਅੱਜ ਉਹ ਫੜਿਆ ਜਾਂਦਾ, ਅੱਜ ਉਹਦੇ ਤੇ ਐਲੀਗੇਸ਼ਨ ਲੱਗਦੇ ਆ, ਜੇ ਫੜਿਆ ਜਾਣਾ ਬਾਕੀ ਆ। ਉਹ ਹੁਣ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਚੁੱਕਿਆ। ਆਮ ਆਦਮੀ ਪਾਰਟੀ ਨੇ ਕੁਝ ਮਹੀਨੇ, 1-2 ਮਹੀਨੇ ਦੇ ਵਿੱਚ ਪਹਿਲਾਂ ਉਹਨੂੰ ਸ਼ਾਮਲ ਕੀਤਾ, ਲੇਕਿਨ ਉਹਦੇ ਉੱਤੇ ਜਿਹੜਾ ਇਹ ਡਰੱਗਸ ਦਾ ਇੱਕ ਵੱਡਾ ਦੋਸ਼ ਆਇਦ ਹੋਇਆ। ਪੋਲਿਟਿਕਸ ਵਿੱਚ ਇਸ ਤਰ੍ਹਾਂ ਦੇ ਦੋਸ਼ ਲੱਗਣੇ ਔਰ ਬੰਦਿਆਂ ਦਾ ਅੰਦਰ ਜਾਣਾ ਕੋਈ ਵੱਡੀ ਗੱਲ ਨਹੀਂ, ਲੇਕਿਨ ਜਦੋਂ ਇਹਦੇ ਵਿੱਚ ਬਹੁਤ ਵੱਡੇ ਨਾਂ ਆਉਂਦੇ ਆ ਤਾਂ ਫਿਰ ਪੂਰੀ ਰਾਜਨੀਤੀ ਦਾ ਗੰਧਲਾਪਣ ਵੀ ਨਜ਼ਰ ਆਉਂਦਾ ਹੈ। ਜਿਹੜੇ ਲੋਕ ਪ੍ਰਭਾਵੀ ਨੇ, ਫੈਸਲਾਕੁਨ ਭੂਮਿਕਾ 'ਚ ਹੁੰਦੇ ਆ, ਜਦੋਂ ਉਹਨਾਂ ਤੇ ਇਲਜ਼ਾਮ ਆਉਂਦੇ ਉਹਨਾਂ ਨੂੰ ਸੁਰਖਰੂ ਹੋਣਾ ਪੈਂਦਾ। ਹਾਲਾਂਕਿ ਕੇਜਰੀਵਾਲ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਮਾਝੇ ਦੇ ਇੱਕ ਵੱਡੇ ਇਸ ਆਗੂ ਵੱਲੋਂ ਇੱਕ ਜਿਹੜਾ ਡੈਫਾਮੇਸ਼ਨ ਕੀਤਾ ਗਿਆ ਸੀ, ਉਹਦੇ ਵਿੱਚ ਕੇਜਰੀਵਾਲ ਨੇ ਮਾਫੀ ਮੰਗ ਕੇ ਜਾਨ ਛਡਾਈ ਸੀਗੀ। ਇਹਦੇ 'ਚ ਕੋਈ ਦੋਰਾਮਾ ਨਹੀਂ। ਜੇ ਤੱਥ ਮੌਜੂਦ ਸੀਗੇ, ਜੇ ਚੀਜ਼ਾਂ ਇਹ ਜਿਹੜੇ ਸਿੱਧੂ ਕਹਿ ਰਿਹਾ, ਤਾਂ ਕੱਲ ਨੂੰ ਇਹ ਲੜਾਈ ਫਿਰ ਕੋਰਟਾਂ 'ਚ ਜਾਊਗੀ, ਫਿਰ ਅਦਾਲਤੀ ਪ੍ਰਕਿਰਿਆਵਾਂ 'ਚ ਪਾਊਗੀ, ਕਿਉਂਕਿ ਜੇ ਪੁਲਿਸ ਇਨਵੈਸਟੀਗੇਸ਼ਨ ਉਹਨਾਂ ਤੱਥਾਂ ਦੇ ਆਧਾਰ ਤੇ ਨਹੀਂ ਹੁੰਦੀ ਤਾਂ ਫਿਰ ਇਹਨਾਂ ਚੀਜ਼ਾਂ 'ਚ ਕਲੀਨ ਚਿੱਟ ਦੇ ਦੇਣੀ ਚਾਹੀਦੀ ਹੈ। ਫਿਰ ਸਿੱਧੂ ਕਿਉਂਕਿ ਉਹ ਬੋਲ ਰਹੇ ਆ, ਸਿੱਧੂ ਨੂੰ ਵੀ ਅੰਦਾਜ਼ਾ ਹੋਊਗਾ ਕਿ ਜਿਸ ਪੱਧਰ ਦੀ ਲੜਾਈ ਲੜ ਰਿਹਾ, ਉਦੋਂ ਉਹਦਾ ਜਿਹੜਾ ਰਿਐਕਸ਼ਨ ਵੀ ਉਸ ਪੱਧਰ ਦਾ ਹੋਊਗਾ, ਕਿਉਂਕਿ ਉਹ ਲੀਡਰ ਵੀ ਕੋਈ ਆਮ ਲੀਡਰ ਨਹੀਂਗਾ, ਸਮਰੱਥ ਹੈ, ਉਹਦੇ ਕੋਲ ਪੈਸੇ ਧੇਲੇ ਦੀ ਕੋਈ ਕਮੀ ਨਹੀਂ, ਮੈਨ ਪਾਵਰ ਦੀ ਕੋਈ ਕਮੀ ਨਹੀਂ, ਪੂਰਾ ਅਕਾਲੀ ਦਲ ਨਾਲ ਆ। ਸੋ ਸਿੱਧੂ ਇਹ ਸਭ ਸੋਚ ਸਮਝ ਕੇ ਕਰ ਰਹੇ ਹੋਣਗੇ ਕਿ ਜੇ ਕੇਜਰੀਵਾਲ ਨੂੰ ਪੁੱਠੇ ਪੈਰੀ ਮੁੜਨਾ ਪਿਆ ਤਾਂ ਇਸ ਮਾਮਲੇ 'ਚ ਫਿਰ ਅਦਾਲਤੀ ਪ੍ਰਕਿਰਿਆ ਸਰਗਰਮ ਹੋ ਸਕਦੀ ਆ। ਲੇਕਿਨ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਡੀਜੀਪੀ ਔਰ ਮੁੱਖ ਮੰਤਰੀ ਪੰਜਾਬ ਨੂੰ ਜਾਂ ਤਾਂ ਕਲੀਨ ਚਿੱਟ ਦੇਣੀ ਚਾਹੀਦੀ ਹੈ ਸੰਬੰਧਤਾਂ ਨੂੰ, ਜਾਂ ਫਿਰ ਇਹ ਗੱਲ ਜਿਹੜੀ ਅਜੇ ਹਵਾ 'ਚ ਲਟਕਦੀ ਆ, ਇਹਦੇ ਤੇ ਕੋਈ ਫੈਸਲਾ ਆਉਣਾ ਚਾਹੀਦਾ। ਲੇਕਿਨ ਜਿਹੜੀ ਪੰਜਾਬ ਦੀ ਰਾਜਨੀਤੀ ਗੰਧਲੇਪਣ ਦਾ ਸ਼ਿਕਾਰ ਹੋਈ ਆ, ਜਿਸ ਤਰੀਕੇ ਨਾਲ ਪਿੱਛੇ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਲੋਕਾਂ ਦਾ ਤਰਨਤਾਰਨ ਅੰਮ੍ਰਿਤਸਰ 100 ਤੋਂ ਵੱਧ ਮੌਤਾਂ ਦਾ ਹੋਣਾ, ਸੋ ਪੰਜਾਬ ਇੱਕ ਐਸੇ ਬਰੂਦ ਦੇ ਢੇਰ ਤੇ ਆ ਜਿਹਦੇ ਫਟਣ ਦੀ ਪੋਸਿਬਿਲਿਟੀ ਹਮੇਸ਼ਾ ਬਣੀ ਰਹਿੰਦੀ ਆ, ਕਿਉਂਕਿ ਸਾਡੇ ਜਿਨ੍ਹਾਂ ਦੇ ਹੱਥ ਵਿੱਚ ਸਾਡੀ ਸੁਰੱਖਿਆ ਹੈ, ਜੇ ਉਹੀ ਇਹਨੂੰ ਖਾਣ ਲੱਗੇ ਫਿਰ ਕਿਵੇਂ ਹੋਊਗਾ। ਬਿਲਕੁਲ ਰੰਧਾਵਾ ਜੀ, ਗੱਲ ਤੇ ਸਾਰੀ ਇਹ ਵੇ ਕਿ ਸਿੱਧੂ ਉਹਨਾਂ ਨੇ ਜਿਹੜੀ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਯਾਨੀ ਜਿਹੜੀ ਕੁਝ ਦਿਨ ਪਹਿਲਾਂ ਹੀ ਕੀਤੀ ਸੀਗੀ, ਉਹਦੇ ਵਿੱਚ ਅਗਰ ਛਿੰਝ ਵਾਲੀ ਲੈਂਗੁਏਜ ਦੇ ਵਿੱਚ ਕਹੀਏ ਤੇ ਇੱਕ ਵਾਰ ਤੇ ਪਟਕੀ ਮਾਰਤੀ ਸੀਗੀ, ਤੇ ਹੁਣ ਅੱਜ ਦੀ ਵੀਡੀਓ ਛੱਡ ਕੇ ਉਹਨਾਂ ਨੇ ਇੱਕ ਜਿਹਨੂੰ ਕਹਿੰਦੇ ਕਰੰਚੀ ਪਾਣਾ, ਯਾਨੀ ਹੁਣ ਕੈਪਟਨ ਸਾਹਿਬ ਨੂੰ ਕਰੰਚੀ ਪਾ ਲਈ ਅੱਜ। ਕਾਰਨ ਕਿ ਇਸ ਗੱਲ ਦਾ ਜਵਾਬ ਕੁਝ ਵੀ ਆਂਦਾ ਹੈ, ਭਾਵੇਂ ਡੀਜੀਪੀ ਨੂੰ ਉਹਨਾਂ ਨੇ ਇਹ ਗੱਲ ਪੁੱਛੀ ਹੈ ਵੀ ਇਸ ਮੁੱਦੇ ਤੇ ਕੀ ਕੀਤਾ। ਡੀਜੀਪੀ ਨੂੰ ਪੁੱਛਣ ਦਾ ਮਤਲਬ ਵੀ ਐਵੇਂ ਕਿ ਉਹ ਆਂਦੀ ਹੈ ਹੋਮ ਡਿਪਾਰਟਮੈਂਟ ਦੀ, ਹੋਮ ਡਿਪਾਰਟਮੈਂਟ ਹੈਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲ। ਜੀ ਕੈਪਟਨ ਸਾਹਿਬ ਨੇ ਉਹਨਾਂ ਐਲੀਗੇਸ਼ਨਾਂ ਦੇ ਉੱਤੇ, ਉਹਨਾਂ ਸਟੇਟਮੈਂਟਾਂ ਦੇ ਉੱਤੇ ਕੀ ਕੀਤਾ, ਕੀ ਇਨਵੈਸਟੀਗੇਸ਼ਨ ਅੱਗੇ ਹੋਈ? ਜੇ ਮਜੀਠੀਆ ਉਹਨਾਂ ਦਾ ਨਾਂ ਉਸ ਰਿਪੋਰਟ ਦੇ ਵਿੱਚ ਜਿਹੜੀ ਹਾਈ ਕੋਰਟ ਦੇ ਵਿੱਚ ਜਮ੍ਹਾਂ ਹੈਗੀ ਆ ਰਿਹਾ ਹੈ, ਤਾਂ ਉਹਦੇ ਵਿੱਚ ਐਕਸ਼ਨ ਕਿਉਂ ਨਹੀਂ ਹੋਇਆ? ਗੱਲ ਤੇ ਹੁਣ ਅੱਗੇ ਤੁਰਨੀ ਸ਼ੁਰੂ ਹੋਈ ਹੈ, ਕਿਉਂਕਿ ਹੁਣ ਕੈਪਟਨ ਵੀ ਫਸੇ ਪਏ ਨੇ। ਕੈਪਟਨ ਸਾਹਿਬ ਨੂੰ ਇਹਨਾਂ ਮੁੱਦਿਆਂ ਦਾ ਜਵਾਬ ਦੇਣਾ ਹੀ ਪਏਗਾ, ਕਿਉਂਕਿ ਐਕਸ਼ਨ ਟੇਕਨ ਰਿਪੋਰਟ ਜਦ ਉਹ ਹਾਈ ਕਮਾਨ ਕੋਲ ਲੈ ਕੇ ਜਾਣਗੇ, ਜਾਂ ਆਉਣ ਵਾਲੇ ਦਿਨਾਂ 'ਚ ਜਿਹੜੇ ਉਹ ਕੈਪਟਨ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਕਰਦੇ ਨੇ ਕਿ ਉਹ ਉਹਨਾਂ 18 ਮੁੱਦਿਆਂ ਦੇ ਉੱਤੇ ਜਿਹੜਾ ਹਾਈ ਕਮਾਨ ਨੇ ਉਹਨਾਂ ਨੂੰ ਦਿੱਤੇ ਹੈ, ਇੱਕ ਬਲੂਪ੍ਰਿੰਟ ਤਿਆਰ ਕਰਕੇ ਮੀਡੀਆ ਦੇ ਸਾਹਮਣੇ ਪੇਸ਼ ਕਰਨਗੇ। ਉਹਦੇ ਵਿੱਚ ਡਰੱਗ ਦਾ ਮੁੱਦਾ ਵੀ ਹੈਗਾ। ਉਸ ਡਰੱਗ ਦੇ ਮੁੱਦੇ ਦੇ ਵਿੱਚ ਸਿੱਧੂ ਉਹਨਾਂ ਦੇ ਉਠਾਏ ਹੋਏ ਸਵਾਲ ਦੇ ਉੱਤੇ ਉਹ ਕੀ ਜਵਾਬ ਦਿੰਦੇ ਨੇ, ਕਿਉਂਕਿ ਪੱਤਰਕਾਰ ਤੇ ਇਹ ਸਵਾਲ ਪੁੱਛਣਗੇ ਕਿ ਵੀ ਇਸ ਮੁੱਦੇ ਦੇ ਉੱਤੇ ਜਾਂ ਸਿੱਧੂ ਉਹਨਾਂ ਨੇ ਜਿਹੜੇ ਮੁੱਦੇ ਚੱਕੇ ਨੇ ਉਸ ਮੁੱਦੇ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ। ਔਖਾ ਹੋ ਜਾਊਗਾ ਕੈਪਟਨ ਸਾਹਿਬ ਵਾਸਤੇ। ਔਖਾ ਤੇ ਇਸ ਕਰਕੇ ਵੀ ਹੋਏਗਾ ਕਿਉਂਕਿ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਇਹ ਦੇਖੋ ਕਿ 6000 ਕਰੋੜ ਦਾ ਡਰੱਗ ਰੈਕਟ ਹੋਏ ਔਰ ਉਹਦੇ ਵਿੱਚ ਹਜੇ ਤੱਕ ਕੋਈ ਸਿੱਟਾ ਨਾ ਨਿਕਲਿਆ ਹੋਏ। ਔਰ ਸਿੱਟੇ ਦੇ ਉੱਤੇ ਐਸਟੀਐਫ ਜਦ ਬਣਾਈ ਸੀ ਕੈਪਟਨ ਸਾਹਿਬ ਨੇ, ਤੁਹਾਨੂੰ ਯਾਦ ਹੋਏਗਾ ਹਰਪ੍ਰੀਤ ਸਿੱਧੂ ਉਹਨਾਂ ਨੂੰ ਸਪੈਸ਼ਲੀ ਬੁਲਾਇਆ ਗਿਆ ਸੀਗਾ, ਔਰ ਜਦ ਉਹਨਾਂ ਨੇ ਹਰਪ੍ਰੀਤ ਸਿੱਧੂ ਉਹਨਾਂ ਨੂੰ ਐਸਟੀਐਫ ਦਾ ਚੀਫ ਮੁਖੀ ਲਾਇਆ ਸੀਗਾ, ਉਸ ਟਾਈਮ ਕੈਪਟਨ ਸਾਹਿਬ ਦੀ ਇੰਟੈਂਸ਼ਨ ਏਦਾਂ ਲੱਗਦੀ ਸੀਗੀ ਕਿ ਵਾਕਈ
ਇਹ ਤੇ 1 ਮਹੀਨੇ ਦੀ ਸ਼ਾਇਦ 15-20 ਦਿਨਾਂ ਦੇ ਵਿੱਚ ਹੀ ਨਸ਼ੇ ਨੂੰ ਪੰਜਾਬ ਤੋਂ ਸਾਫ਼ ਕਰ ਦੇਣਗੇ। ਪਰ ਜਿਸ ਅਨਸੈਰੋਮੋਨੀਅਸਲੀ ਉਹਨਾਂ ਨੂੰ ਹਟਾਇਆ ਗਿਆ ਸੀਗਾ, ਜਦ ਹਰਪ੍ਰੀਤ ਸਿੱਧੂ ਉਹਨਾਂ ਨੇ ਉਹ ਰਿਪੋਰਟ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ, ਉਸ ਤੋਂ ਬਾਅਦ ਹਰਪ੍ਰੀਤ ਸਿੱਧੂ ਉਹਨਾਂ ਦੀ ਕੋਈ ਪ੍ਰਾਈਜ਼ ਪੋਸਟਿੰਗ ਜਾਂ ਕੋਈ ਐਦਾਂ ਦੀ ਪੋਸਟਿੰਗ ਜਿਹਦੇ ਵਿੱਚ ਉਹਨਾਂ ਦਾ ਨਾਂ ਵੱਜਦਾ ਹੋਏ, ਕਿ ਵੀ ਨਾਂ ਆਂਦਾ ਹੋਏ, ਇੱਕ ਪ੍ਰੋਮੀਨੈਂਟਲੀ ਅਖਬਾਰਾਂ ਦੇ ਵਿੱਚ ਨਾਂ ਛਪਦਾ ਹੋਏ, ਅੱਜ ਤੱਕ ਨਹੀਂ ਮਿਲੀ। ਕਾਰਨ ਕੈਪਟਨ ਸਾਹਿਬ ਕਦੀ ਵੀ ਨਹੀਂ ਚਾਹੁੰਦੇ ਸੀ ਵੀ ਐਦਾਂ ਦੀ ਕੋਈ ਰਿਪੋਰਟ ਸਬਮਿਟ ਹੋਏ। ਇਹੀ ਕਾਰਨ ਹੈਗਾ ਜਿਸ ਗੱਲ ਦੀ ਰਿਪੋਰਟ ਸਬਮਿਟ ਕਰਨ ਦੀ ਸਜ਼ਾ ਉਹਨਾਂ ਨੂੰ ਮਿਲੀ ਕਿ ਅੱਜ ਤੱਕ ਉਹ ਕਿਹੜੀ ਪੋਸਟਿੰਗ ਤੇ ਹੈਗੇ ਆ, ਬਹੁਤਾ ਕਿਸੇ ਨੂੰ ਨਹੀਂ ਪਤਾ। ਮੈਨੂੰ ਰੰਧਾਵਾ ਸਾਹਿਬ, ਤੁਹਾਨੂੰ ਵੀ ਸ਼ਾਇਦ ਪਤਾ ਹੋਏ ਕਿ ਅੱਜ ਕੱਲ ADGP ਹਰਪ੍ਰੀਤ ਸਿੱਧੂ ਉਹਨਾਂ ਕੀ ਕੰਮ ਦੇਖਦੇ। ਉਹ ਟ੍ਰੇਨਿੰਗ ਤੇ ਨੇ, ਅਮਰੀਕਾ ਦੇ ਵਿੱਚ ਕੋਈ ਪੜ੍ਹਾਈ ਕਰ ਰਹੇ ਆ। ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਕਿਹੜੀ ਪੜ੍ਹਾਈ ਜਿਹੜੀ ਮੁੱਕਦੀ ਨਹੀਂ। ਇਹ ਗੱਲ ਹੈਗੀ ਹੈ ਨਾ, ਕਿਉਂਕਿ ਉਹਨਾਂ ਨੇ ਏਦਾਂ ਦੀ ਰਿਪੋਰਟ ਦਿੱਤੀ ਜਦੋਂ ਕੈਪਟਨ ਸਾਹਿਬ ਨੇ ਉਹਨਾਂ ਨੂੰ ਪੜ੍ਹਨੇ ਪਾਤਾ, ਤੇ ਹੁਣ ਉਹ ਪੜ੍ਹਨੇ ਪਏ ਹੋਏ ਨੇ ਬਾਹਰ। ਗੱਲ ਤੁਹਾਡੀ ਠੀਕ ਹੈ। STF ਨੇ ਸ਼ੁਰੂ ਦੇ ਵਿੱਚ ਜਿਹੜਾ ਕੰਮ ਕੀਤਾ ਸੀਗਾ, ਚੰਗਾ ਕੀਤਾ ਸੀਗਾ, ਔਰ ਕੈਪਟਨ ਸਾਹਿਬ ਦੀ ਇੰਟੈਂਸ਼ਨ ਦੇ ਉੱਤੇ ਵੀ ਬਹੁਤਾ ਸ਼ੱਕ ਸ਼ੁਰੂ ਦੇ ਵਿੱਚ, ਜਦ 1 ਮਹੀਨੇ 1.5 ਮਹੀਨੇ ਦੇ ਵਿੱਚ STF, ਭਾਵੇਂ ਜਲੰਧਰ ਦੇ ਵਿੱਚ ਵੀ STF ਦਾ ਆਫਿਸ ਖੁੱਲਿਆ ਸੀ, ਉਹ ਬੜਾ ਵਧੀਆ ਕੰਮ ਕਰ ਰਹੇ ਸੀਗੇ। ਔਰ ਇੱਥੇ ਤੱਕ ਕਿ ਉਹਨਾਂ ਨੇ ਜ਼ਿਲ੍ਹੇ ਦੀ ਪੁਲਿਸ ਜਿਹੜੇ ਡਿਪਾਰਟਮੈਂਟ ਹੈਗੇ ਆ, ਸਾਰਿਆਂ ਨੂੰ, SSPs ਨੂੰ, ਪੁਲਿਸ ਕਮਿਸ਼ਨਰ ਨੂੰ ਇਹ ਹਿਦਾਇਤ ਦਿੱਤੀ ਸੀ ਕਿ STF ਨੂੰ ਕੋਆਪਰੇਟ ਕਰੋ, ਔਰ ਡਰੱਗ ਦੇ ਜਿੰਨੇ ਵੀ ਮੁੱਦੇ ਉਹ ਫੜਦੇ ਨੇ ਉਹ ਸਾਰੇ ਦੇ ਸਾਰੇ STF ਵਿੱਚ ਟ੍ਰਾਂਸਫਰ ਕਰ ਦਿੱਤੇ ਜਾਣ। ਪਰ ਅਚਾਨਕ ਹੀ ਪਤਾ ਨਹੀਂ ਕੀ ਹੋਇਆ ਕਿ ਸਾਰਾ ਟਰੈਕ ਹੀ ਚੇਂਜ ਹੋ ਗਿਆ। ਉਹ ਟਰੈਕ ਚੇਂਜ ਹੋਣ ਦੀ ਗੱਲ ਉਸ ਦਿਨ ਤੋਂ ਤੁਰੀ ਹੋਈ ਅੱਜ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਕੈਪਟਨ ਸਾਹਿਬ ਨੂੰ STF ਦੇ ਮੁੱਦੇ ਦੇ ਉੱਤੇ ਜਾਂ SDF ਦੀ ਕਾਰਵਾਈ ਨਾ ਕਰਨ ਦੇ ਮੁੱਦੇ ਦੇ ਉੱਤੇ ਹੁਣ ਜਵਾਬ ਦੇਣਾ ਪੈ ਰਿਹਾ ਹੈ। ਦੋਸਤੋ, ਸਿੱਧੂ ਬਾਜੀ ਮਾਰ ਗਏ ਇੱਕ ਵਾਰੀ ਫਿਰ। ਪੰਜਾਬ ਦੀ ਦੁੱਖ ਦੀ ਰਗ ਤੇ ਹੱਥ ਰੱਖਿਆ ਉਹਨਾਂ ਨੇ। ਕੈਪਟਨ ਅਮਰਿੰਦਰ ਸਿੰਘ ਕਿਉਂਕਿ ਇੱਕ ਇਤਿਹਾਸਕਾਰ ਨੇ, ਕਿਤਾਬਾਂ ਲਿਖਦੇ ਨੇ, ਪੜ੍ਹਦੇ ਨੇ, ਮਿਲਟਰੀ ਨਾਲ ਜੁੜੇ ਹੋਏ ਆ। ਡਿਸਪਲਿਨ ਉਹਨਾਂ ਦੀ ਲਾਈਫ ਦੇ ਵਿੱਚ ਕਿੰਨਾ ਸਾਨੂੰ ਨਹੀਂ ਪਤਾ, ਪਰ ਮਿਲਟਰੀ ਡਿਸਪਲਿਨ ਸਿਖਾਉਂਦੀ ਹੈ। ਸਵਾਲ ਇਹ ਹੈ ਕਿ ਇਤਿਹਾਸਕਾਰ ਇਤਿਹਾਸ ਵਿੱਚ ਆਪਣੇ ਆਪ ਨੂੰ ਕਿਸੇ ਹੋਰ ਜਗ੍ਹਾ ਖੜੇ ਵੇਖਣਾ ਨਹੀਂ ਚਾਹੁੰਦਾ ਹੁੰਦਾ। ਉਹਨੂੰ ਪਤਾ ਹੈ ਕਿ 50 ਸਾਲ ਬਾਅਦ ਨਿਰਣੇ ਹੁੰਦੇ ਆ ਕਿ ਤੁਸੀਂ ਕਿੱਥੇ ਸੀ ਬਤੌਰ ਪ੍ਰਸ਼ਾਸਕ। ਮੇਰਾ ਨਹੀਂ ਖਿਆਲ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਇਲਜ਼ਾਮ ਲੈ ਕੇ ਜਿਹੜੀ ਸਿਆਸਤ ਤੋਂ ਰਵਾਨਗੀ ਚਾਹੁਣਗੇ। ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇੱਕ ਇਨਿੰਗ ਹੋਰ ਮਿਲੇ। ਹੋ ਸਕਦਾ ਕਿ ਇਹ ਉਹਨਾਂ ਦੀ ਵਿਦਾਇਗੀ ਇਨਿੰਗ ਹੋਵੇ, ਤੇ ਕੀ ਉਹ ਆਪਣੇ ਨਾਂ ਨਾਲ ਇਸ ਤਰ੍ਹਾਂ ਦੇ ਇਲਜ਼ਾਮ ਲੈ ਕੇ ਜੀਣਾ ਚਾਹੁਣਗੇ? ਇਹ ਸਵਾਲ ਵੱਡਾ ਹੈ। ਹੁਣ ਇਸ ਤੋਂ ਵੀ ਅਗਲਾ ਸਵਾਲ ਹੈ ਕਿ ਜੇ ਸਿੱਧੂ ਦਾ ਇਹ ਹਮਲਾਵਰ ਤੌਰ ਤਰੀਕਾ ਜਾਰੀ ਰਹਿੰਦਾ ਹੈ ਤਾਂ ਇਹਨੂੰ ਪੰਜਾਬ ਦੀ ਕਾਂਗਰਸ ਸਰਕਾਰ ਕਿਵੇਂ ਝੇਲੂਗੀ? ਤੀਜਾ ਸਵਾਲ ਆ ਕਿ ਜੇਕਰ ਮਾਝੇ ਦਾ ਉਹ ਵੱਡਾ ਅਕਾਲੀ ਆਗੂ ਨਿਰਦੋਸ਼ ਹੈ ਤਾਂ ਫਿਰ ਕੀ ਕਾਰਨ ਹੈ ਕਿ ਉਹਨੂੰ ਘੜੀਸਿਆ ਜਾ ਰਿਹਾ? ਇਹ ਵੀ ਮਾੜੀ ਗੱਲ ਆ। ਲੇਕਿਨ ਜੇ ਕਿਧਰੇ ਉਹ ਜ਼ਿੰਮੇਵਾਰੀਆਂ ਫਿਕਸ ਹੁੰਦੀਆਂ ਤਾਂ ਬਚਾਅ ਵੀ ਕਿਉਂ ਹੋਣ? ਕਿਉਂਕਿ ਇਹ ਮਨੁੱਖੀ ਜਾਨਾਂ ਦਾ ਮਸਲਾ ਹੈ। ਜਿੰਨੀ ਕੁ ਭੂਮਿਕਾ ਕਿਸੇ ਦੀ ਆ, ਅਸੀਂ ਨਹੀਂ ਕਹਿੰਦੇ ਕੌਣ ਕਿੰਨਾ ਜ਼ਿੰਮੇਵਾਰ ਹੈ। ਇੱਥੇ ਪਤਾ ਨਹੀਂ ਕਦੋਂ ਕਿਤੇ ਕੀ ਦੋਸ਼ ਲੱਗਦੇ ਰਹਿੰਦੇ ਆ। ਲੇਕਿਨ ਸਵਾਲ ਇਹ ਹੈ ਕਿ ਜੇਕਰ ਇਸ ਤਰੀਕੇ ਨਾਲ ਉਛਾਲੇ ਜਾ ਰਹੇ ਆ ਮਸਲੇ, ਇਹਨਾਂ ਮਸਲਿਆਂ 'ਚ ਜੇ ਕੁਝ ਹੈ ਤਾਂ ਲਿਆਓ, ਅਦਾਲਤੀ ਪ੍ਰਕਿਰਿਆਵਾਂ 'ਚ ਪਾਓ। ਜੇ ਨਹੀਂ, ਇਹਨਾਂ ਨੂੰ ਛੱਡ ਦਿਓ, ਭਰਮ ਭੁਲੇਖੇ ਸਿਰਜਣੇ ਬੰਦ ਹੋਣ। ਲੇਕਿਨ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ, ਕਿਉਂਕਿ ਇਹ ਇਕੱਲਾ ਵਿਅਕਤੀ ਹੈ ਜਿਹੜਾ ਇੱਕੋ ਸਮੇਂ 2 ਵੱਡੀਆਂ ਸਥਾਪਤੀਆਂ ਦੇ ਖਿਲਾਫ ਲੜਦਾ ਨਜ਼ਰ ਆ ਰਿਹਾ ਹੈ। 2 ਵੱਡੀਆਂ ਸਥਾਪਤੀਆਂ ਦੇ ਖਿਲਾਫ ਇਹ ਲੜਾਈ ਅੱਗੇ ਵਧਦੀ ਨਜ਼ਰ ਆ ਰਹੀ ਆ। ਸੋ ਸਿੱਧੂ ਇਸ ਲੜਾਈ ਨੂੰ ਕਿੰਨੀ ਹਾਈਟ ਤੱਕ ਲੈ ਕੇ ਜਾਂਦੇ ਆ, ਕਿੰਨੀ ਦੇਰ ਤੱਕ ਲੈ ਕੇ ਜਾਂਦੇ ਆ, ਥੱਕ ਜਾਂਦੇ ਆ ਜਾਂ ਤੁਰੇ ਰਹਿੰਦੇ ਆ ਜਾਂ ਤਬਦੀਲੀ ਕਰਾ ਕੇ ਹਟਣਗੇ, ਇਹ ਸਿੱਧੂ ਦੀ ਨੀਅਤ, ਉਹਨਾਂ ਦੀ ਵਿਲ ਪਾਵਰ, ਉਹਨਾਂ ਦੀ ਕਮਿਟਮੈਂਟ ਤੇ ਹੋਊਗਾ ਕਿ ਉਹ ਸੰਜਮ ਨਾਲ ਸਾਬਤ ਕਦਮੀ ਕਿੰਨਾ ਤੁਰਦੇ। ਭਾਸਕਰ ਸਾਹਿਬ, ਤੁਸੀਂ ਵਾਦੀਆਂ 'ਚ ਬੈਠੇ ਹੋ, ਅੱਜ ਤੁਸੀਂ ਹਿਮਾਚਲ ਦੀਆਂ ਉਹ ਰਮਣੀਕ ਜਗ੍ਹਾ ਦੇਖੋ, ਨਜ਼ਾਰੇ ਲਓ। ਮੈਂ ਦੋਸਤੋ ਇੱਕ ਜਾਂਦਾ ਇੱਕ ਲਾਈਨ ਦੇ ਵਿੱਚ ਇਹ ਦੱਸ ਜਾਵਾਂ, ਬਹੁਤ ਮਿੱਤਰਾਂ ਦਾ ਇਹ ਸਵਾਲ ਆ ਰਿਹਾ ਕਿ ਸਰਦਾਰ ਨਰਿੰਦਰਪਾਲ ਸਿੰਘ ਦੀ ਸਿਹਤ ਦਾ ਕੀ ਹਾਲ ਹੈ? ਉਹਨਾਂ ਦੀ ਸਿਹਤ ਬਿਹਤਰ ਹੈ, ਬਹੁਤ ਅੱਛੀ ਹੈ, ਕੁਝ ਵੀਕਨੈਸ ਹੈ, ਉਹ ਪ੍ਰੋਗਰਾਮ ਕਰਨ ਦੇ ਸਮਰੱਥ ਅਜੇ ਨਹੀਂ ਹੋਏ ਕਿਉਂਕਿ ਆਵਾਜ਼ ਵਿੱਚ ਉਹ ਖੜਕ ਅਜੇ ਆਉਣੀ ਆ, ਉਹ ਖਣਕ ਆਉਣੀ ਹੈ। ਅਸੀਂ ਜਿਉਂ ਹੀ ਉਹ ਠੀਕ ਹੁੰਦੇ ਆ, ਇਹਨਾਂ ਕੈਮਰਿਆਂ ਦੇ ਮੂਹਰੇ ਤੁਹਾਡੇ ਨਾਲ ਉਹਨਾਂ ਦੀ ਹਾਜ਼ਰੀ ਲਵਾਵਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਉਂਦੇ ਆ। ਸੋ ਮੈਨੂੰ ਵੀ ਉਹਨਾਂ ਦੀ ਗੈਰ ਹਾਜ਼ਰੀ ਰੜਕਦੀ ਰਹਿੰਦੀ ਆ, ਤੁਹਾਨੂੰ ਤਾਂ ਬਹੁਤ ਹੀ ਰੜਕਦੀ ਹੈ। ਸੋ ਉਹਨਾਂ ਦੀ ਤੰਦਰੁਸਤੀ ਲਈ, ਹੋਰ ਚੰਗੀ ਸਿਹਤ ਲਈ ਤੁਸੀਂ ਜ਼ਰੂਰ ਦਵਾਗੋ ਹੋਇਓ। ਮੈਂ ਤੁਹਾਡੇ ਸਾਰਿਆਂ ਦਾ ਰਿਣੀ ਹੈ ਕਿ ਤੁਸੀਂ ਸਰੋਕਾਰ ਰੱਖਦੇ ਹੋ, ਕੰਸਰਨ ਸ਼ੋ ਕਰਦੇ ਹੋ ਸਾਡੀ ਸਿਹਤ ਵਿੱਚ, ਸਾਡੇ ਪ੍ਰੋਗਰਾਮਸ ਦੇ ਵਿੱਚ। ਬਹੁਤ ਮਿਹਰਬਾਨੀ ਭਾਸਕਰ ਸਾਹਿਬ। ਧੰਨਵਾਦ ਜੀ।